ਸਟੂਡੈਂਟਸ ਅੱਜ ਦੇ ਲੈਕਚਰ ਦੇ ਵਿੱਚ ਅਸੀਂ DST11 ਸੈਂਸਰ ਦੀ ਵਰਤੋਂ ਕਰਕੇ ਜਿਹੜੇ ਪ੍ਰਾਇਮਰੀ ਪੈਰਾਮੀਟਰ ਨੇ ਟੈਂਪਰੇਚਰ ਤੇ ਹਿਊਮਿਡਿਟੀ ਉਹਨਾਂ ਨੂੰ ਕੈਲਕੂਲੇਟ ਕਰਾਂਗੇ। ਉਸ ਤੋਂ ਬਾਅਦ ਦੋ ਸੈਕੰਡਰੀ ਪੈਰਾਮੀਟਰ ਹੀਟ ਇੰਡੈਕਸ ਤੇ ਡਿਊ ਪੁਆਇੰਟ ਉਹਨਾਂ ਨੂੰ ਵੀ ਕੈਲਕੂਲੇਟ ਕਰਾਂਗੇ। ਤਾਂ ਜਿਹੜਾ DH11 ਸੈਂਸਰ ਹੈਗਾ DST11 ਸੈਂਸਰ ਹੈਗਾ ਉਹਨੂੰ ਅਸੀਂ ਕਿੱਥੇ ਕਨੈਕਟ ਕੀਤਾ, ਪਿਨ ਨੰਬਰ 3 ਦੇ ਉੱਤੇ। ਡਾਟਾ ਪਿਨ ਉਹਦੀ ਇੱਥੇ ਲਗਾ ਦਿੱਤੀ। ਇੱਥੇ ਇਹਦੀਆਂ 4 ਪਿੰਸ ਨੇ। ਜਿਹੜੀ ਪਹਿਲੀ ਪਿੰਨ ਹੈਗੀ ਆ, ਜਿਵੇਂ ਇਹ ਸੈਂਸਰ ਹੈ, ਜਿਹੜੀ ਫਸਟ ਪਿੰਨ ਹੈਗੀ ਆ ਉਹ ਹੈਗੀ ਜੀ ਆਪਣੇ ਕੋਲੇ ਗਰਾਊਂਡ ਦੀ। ਜਿਹੜੀ ਸੈਕਿੰਡ ਪਿੰਨ ਹੈਗੀ ਉਹ ਹੈਗੀ ਡਾਟਾ ਦੀ, ਸੈਕਿੰਡ ਹੈਗੀ ਨਾਟ ਕਨੈਕਟਡ, ਫਸਟ ਗਰਾਊਂਡ, ਸੈਕਿੰਡ ਨਾਟ ਕਨੈਕਟਡ, ਥਰਡ ਡਾਟਾ, ਫੋਰਥ ਪੋਜ਼ਿਟਿਵ 5 ਵੋਲਟ। ਅਤੇ ਇਹ ਮੇਰੇ ਕੋਲੇ ਜਿਹੜਾ ਹੈਗਾ ਆਰਡੀਨੋ ਊਨੋ ਹੈਗਾ। ਇੱਥੇ ਮੈਂ LCD ਕਨੈਕਟ ਕੀਤੀ ਹੈ। LCD ਸੀਰੀਅਲ ਕਨੈਕਸ਼ਨ ਯੂਜ਼ ਕੀਤੇ ਨੇ। ਤਾਂ LCD ਦੇ ਵਿੱਚ ਆ ਮੈਂ ਦਿਖਾ ਦਿੰਦਾ ਤੁਹਾਨੂੰ, ਗਰਾਊਂਡ, ਪਾਵਰ, SDA ਅਤੇ SCL, ਇਹ ਜਿਹੜੇ ਹੈ ਕਨੈਕਸ਼ਨ LCD ਦੇ ਨੇ। LCD ਦੇ ਕਨੈਕਸ਼ਨ ਬਹੁਤ ਸਿੰਪਲ ਨੇ। ਅਤੇ SDA ਜਿਹੜੀ ਹੈਗੀ ਆ ਉਹ ਇਸ ਪੁਆਇੰਟ ਦੇ ਉੱਤੇ ਆ ਗਈ, SCL ਇਸ ਪੁਆਇੰਟ ਦੇ ਉੱਤੇ ਆ ਗਈ। ਤਾਂ ਇਹ ਅਸੀਂ SDA ਅਤੇ SCL ਲਾਤੀ। ਅਤੇ ਸਰ ਪਾਵਰ ਨੂੰ ਐਕਸਟੈਂਡ ਕਰਨ ਦੇ ਲਈ, ਯਾਨੀ ਕਿ ਪਾਵਰ ਦੀਆਂ ਪੁਆਇੰਟਸ ਨੂੰ ਹੋਰ ਇਨਕਰੀਜ਼ ਕਰਨ ਦੇ ਲਈ ਬ੍ਰੈਡਬੋਰਡ ਦੀ ਵਰਤੋਂ ਕੀਤੀ। ਇਹ ਬ੍ਰੈਡਬੋਰਡ ਦੀ ਪੋਜ਼ੀਟਿਵ ਲਾਈਨ ਹੈ ਜੀ, ਜਿਸ ਦੇ ਉੱਤੇ ਪੋਜ਼ੀਟਿਵ ਸਪਲਾਈ ਆ ਰਹੀ ਹੈ ਅਤੇ ਇਸ ਤਰਫ ਨੈਗੇਟਿਵ ਸਪਲਾਈ ਆ ਰਹੀ ਹੈਗੀ ਆ। ਅਤੇ ਉਸ ਤੋਂ ਬਾਅਦ ਇੱਕ ਬਜ਼ਰ ਵੀ ਕਨੈਕਟ ਕੀਤਾ। ਬਜ਼ਰ ਜਿਹੜਾ ਕਨੈਕਟ ਕੀਤਾ ਹੈਗਾ, ਨੈਗੇਟਿਵ ਇੱਥੇ ਕਨੈਕਟ ਕਰਤਾ ਅਤੇ ਜਿਹੜਾ ਪੋਜ਼ੀਟਿਵ ਹੈਗਾ ਬਜ਼ਰ ਦਾ ਉਹ ਅਸੀਂ ਕਨੈਕਟ ਕਰਤਾ ਪਿੰਨ ਨੰਬਰ 2 ਦੇ ਉੱਤੇ। ਇਹ ਪਿੰਨ ਨੰਬਰ 2 ਦੇ ਉੱਤੇ ਬਜ਼ਰ ਕਨੈਕਟ ਕਰਤਾ। ਬਹੁਤ ਹੀ ਜ਼ਿਆਦਾ ਯੂਜ਼ਫੁਲ ਪ੍ਰੋਜੈਕਟ ਹੈਗਾ ਇਹ। ਇੱਕ ਵਾਰ LCD ਕੰਨੀ ਵੀ ਦੇਖੀਏ ਜੀ। ਜਿਹੜੇ ਪ੍ਰਾਇਮਰੀ ਪੈਰਾਮੀਟਰ ਨੇ ਮੇਰੇ ਕੋਲੇ, ਹਿਊਮਿਡਿਟੀ ਅਤੇ ਟੈਂਪਰੇਚਰ ਆ ਕੈਲਕੂਲੇਟ ਹੋ ਰਹੇ। ਹੀਟ ਇੰਡੈਕਸ ਸੈਲਸੀਅਸ ਅਤੇ ਫਾਰਨੀਹਾਈਟ 'ਚ, ਡਿਊ ਪੁਆਇੰਟ ਵੀ ਸੈਲਸੀਅਸ ਅਤੇ ਫਾਰਨੀਹਾਈਟ ਦੇ ਵਿੱਚ ਕੈਲਕੂਲੇਟ ਹੋ ਰਿਹਾ ਹੈਗਾ। ਹੁਣ ਅਸੀਂ ਇਹਦੀ ਕੋਡਿੰਗ ਦੇਖਦੇ ਹਾਂ। ਸੋ DH11 ਸੈਂਸਰ ਦੇ ਵਿੱਚ ਦੋ ਸੈਂਸਿੰਗ ਐਲੀਮੈਂਟ ਲੱਗੇ ਹੋਏ ਨੇ। ਅਤੇ ਜਿਹੜਾ ਇੱਕ ਐਲੀਮੈਂਟ ਹੈਗਾ ਉਹ ਹਿਊਮਿਡਿਟੀ ਕੈਲਕੂਲੇਟ ਕਰਦਾ। ਇਹ ਵਾਲਾ ਐਲੀਮੈਂਟ ਜਿਹੜਾ ਹੈਗਾ ਉਹ ਹਿਊਮਿਡਿਟੀ ਕੈਲਕੂਲੇਟ ਕਰੇਗਾ ਅਤੇ ਇਹ ਵਾਲਾ ਐਲੀਮੈਂਟ ਜਿਹੜਾ ਹੈਗਾ ਉਹ ਟੈਂਪਰੇਚਰ ਕੈਲਕੂਲੇਟ ਕਰੇਗਾ। ਥਰਮਿਸਟਰ ਲੱਗਿਆ ਹੋਇਆ, NTC ਥਰਮਿਸਟਰ ਲੱਗਿਆ ਹੋਇਆ ਇਹਦੇ ਵਿੱਚ, ਜਿਹੜਾ ਕਿ ਟੈਂਪਰੇਚਰ ਨੂੰ ਕੈਲਕੂਲੇਟ ਕਰੇਗਾ ਅਤੇ ਇਹ ਆਪਣੇ ਕੋਲ ਹਿਊਮਿਡਿਟੀ ਕੈਲਕੂਲੇਟ ਕਰੂਗਾ। ਸੋ ਇਹ ਜਿਹੜਾ ਆਪਣੇ ਕੋਲ DH11 ਸੈਂਸਰ ਹੈਗਾ ਉਹਦਾ ਜਿਹੜਾ ਸੋ ਸਟੂਡੈਂਟਸ ਨੈਕਸਟ ਅਸੀਂ ਦੇਖਦੇ ਹਾਂ ਵੀ ਜਿਹੜਾ ਪ੍ਰੋਗਰਾਮ ਮਾਈਕਰੋ ਕੰਟਰੋਲਰ ਦੇ ਵਿੱਚ ਰਾਈਟ ਕਰਨਾ, ਉਹਨੂੰ ਲਿਖਣਾ ਕਿਵੇਂ ਆ ਅਤੇ ਕਿਹੜੀਆਂ ਲਾਇਬ੍ਰੇਰੀਜ਼ ਜਿਹੜੀਆਂ ਹੈਗੀਆਂ ਨੇ ਉਸ ਪ੍ਰੋਗਰਾਮ ਦੇ ਵਿੱਚ ਇਨਕਲੂਡ ਕਰਨੀਆਂ ਨੇ। ਅਤੇ ਜਿਹੜੀਆਂ ਪ੍ਰੋਗਰਾਮ ਦੇ ਵਿੱਚ ਲਾਇਬ੍ਰੇਰੀਜ਼ ਇਨਕਲੂਡ ਕਰਨੀਆਂ ਉਹਨੂੰ ਕਿਵੇਂ ਕਰਨੀਆਂ ਨੇ, ਤਾਂ ਉਹਦੇ ਲਈ ਤੁਸੀਂ ਕੀ ਕਲਿੱਕ ਕਰੋ, ਇਨਕਲੂਡ ਲਾਇਬ੍ਰੇਰੀ 'ਤੇ ਕਲਿੱਕ ਕਰੋ। ਇਨਕਲੂਡ ਲਾਇਬ੍ਰੇਰੀ ਤੋਂ ਬਾਅਦ ਮੈਨੇਜ ਲਾਇਬ੍ਰੇਰੀਜ਼। ਤੁਹਾਡੇ ਕੋਲ ਜਿਹੜੀ ਲਿਸਟ ਹੈਗੀ ਆ ਉਹ ਅਪਡੇਟ ਹੋਣ ਲੱਗ ਗਈ। ਇਹ ਤੁਹਾਡੇ ਕੋਲ ਆ ਜਾਊਗੀ ਜਿਹੜੀਆਂ ਇੰਸਟਾਲਡ ਹੈਗੀਆਂ ਨੇ, ਉਹ ਲਿਸਟ ਇੱਥੇ ਦਿਖਾਊਗਾ। ਤਾਂ ਸਾਡੇ ਕੋਲ ਜਿਹੜੀਆਂ ਦੋ ਲਾਇਬ੍ਰੇਰੀਜ਼ ਨੇ ਉਹ ਅਸੀਂ ਇਨਕਲੂਡ ਕਰਨੀਆਂ ਨੇ। ਇੱਕ ਤਾਂ ਅਸੀਂ ਕਰਨੀ ਹੈਗੀ ਆ DHT11 ਸੈਂਸਰ ਦੀ ਲਾਇਬ੍ਰੇਰੀ, ਅਤੇ ਦੂਜੀ ਅਸੀਂ ਜਿਹੜੀ ਲਿਕੁਇਡ ਕ੍ਰਿਸਟਲ ਸਕਰੀਨ LCD ਸਕਰੀਨ ਯੂਜ਼ ਕਰ ਰਹੇ ਹਾਂ ਉਸ ਦੀ ਲਾਇਬ੍ਰੇਰੀ, ਯਾਨੀ ਕਿ I2C ਜਿਹੜੀ ਹੈਗੀ ਆ ਹੈਡਰ ਫਾਈਲ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਇਹਦੇ ਲਈ ਜਦੋਂ ਤੁਹਾਡੇ ਕੋਲ ਲਾਇਬ੍ਰੇਰੀ ਮੈਨੇਜਰ ਓਪਨ ਹੋ ਗਿਆ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਲਿਖੋ LCD। ਸਭ ਤੋਂ ਪਹਿਲਾਂ ਅਸੀਂ LCD ਦੀਆਂ ਜਿਹੜੀਆਂ ਲਾਇਬ੍ਰੇਰੀਜ਼ ਨੇ ਉਹ ਇਨਕਲੂਡ ਕਰਨੀਆਂ ਨੇ। ਇਹ ਵਾਲੀ ਲਾਇਬ੍ਰੇਰੀ ਤੁਸੀਂ ਇਨਕਲੂਡ ਕਰ ਲਓ। ਇਹ ਮੈਂ ਆਲਰੇਡੀ ਇਨਕਲੂਡ ਕਰ ਚੁੱਕਿਆ, ਇੰਸਟਾਲਡ ਹੈ ਮੇਰੇ ਕੋਲ। ਜਦੋਂ ਇੰਸਟਾਲ ਹੋਊਗੀ ਤਾਂ ਤੁਹਾਡੇ ਕੋਲ ਇੱਥੇ ਲਿਖਿਆ ਆ ਜਾਏਗਾ ਇੰਸਟਾਲਡ। ਦੈਨ ਤੁਸੀਂ ਇਨਕਲੂਡ ਕਰਨੀ ਹੈ ਜੀ DHT। ਤਾਂ DHT11 ਜਿਹੜਾ ਸੈਂਸਰ ਇਹਦੀ ਲਾਇਬ੍ਰੇਰੀ ਇਨਕਲੂਡ ਕਰਨੀ ਹੈ। ਆ ਸੀਗੀ ਆਪਣੇ DHT ਸੈਂਸਰ ਲਾਇਬ੍ਰੇਰੀ ਇੰਸਟਾਲਡ, ਆਰਡੀਨੋ ਲਾਇਬ੍ਰੇਰੀ ਫॉर DHT11 ਅਤੇ 22। ਇਹ ਵਾਲੀ ਲਾਇਬ੍ਰੇਰੀ ਤੁਸੀਂ ਇਨਕਲੂਡ ਕਰ ਲਓ। ਇਸ ਤੋਂ ਇਲਾਵਾ ਹੋਰ ਅਗਰ ਤੁਸੀਂ ਲਾਇਬ੍ਰੇਰੀਜ਼ ਇਨਕਲੂਡ ਕਰਨਾ ਚਾਹੁੰਦੇ ਹੋ, ਕੋਈ ਹੋਰ ਪ੍ਰੋਡਕਟ ਯੂਜ਼ ਕਰਨਾ, ਉਹਦਾ ਪ੍ਰੋਸੈਸ ਵੀ ਬਿਲਕੁਲ ਸੇਮ ਹੀ ਆ।
ਸਭ ਤੋਂ ਪਹਿਲਾਂ ਸਾਨੂੰ ਚਾਹੀਦੀਆਂ ਹੈਡਰ ਫਾਈਲਸ, ਜਿਹੜੀਆਂ ਹੈਡਰ ਫਾਈਲਸ ਆਪਾਂ ਯੂਜ਼ ਕਰਨੀਆਂ ਨੇ। ਸੋ ਇਹ ਮੇਰੇ ਕੋਲ ਕੀ ਹੈਗੇ, ਹੈਡਰ ਫਾਈਲਸ ਆ ਗਈਆਂ। ਪਹਿਲੀ ਹੈਡਰ ਫਾਈਲ ਜਿਹੜੀ ਆਈ ਹੈਗੀ ਆ, ਇਹ ਮੇਰੇ ਕੋਲ DHT ਸੈਂਸਰ ਦੇ ਲਈ ਆਈ ਹੈਗੀ ਆ। ਦੂਜੀ ਔਰ ਤੀਜੀ ਜਿਹੜੀ ਹੈਡਰ ਫਾਈਲ ਹੈਗੀ ਆ, ਇਹ ਵਰਤੀ ਜਾਊਗੀ ਜਿਹੜਾ LCD ਆਪਾਂ ਇੰਟਰਫੇਸ ਕਰਨਾ ਵਿਦ I2C ਕਨੈਕਸ਼ਨ ਦੇ ਨਾਲ। ਉਸ ਤੋਂ ਬਾਅਦ ਮੇਰੇ ਕੋਲ ਜਿਹੜਾ ਪ੍ਰੋਗਰਾਮ ਦਾ ਸੈਕੰਡ ਪਾਰਟ ਆ ਗਿਆ, ਸੈਕੰਡ ਪਾਰਟ ਦੇ ਵਿੱਚ ਜਿਹੜਾ ਆ ਗਿਆ ਮੇਰੇ ਕੋਲ, ਮੈਂ ਵੇਰੀਏਬਲ ਡਿਫਾਈਨ ਕਰਨਾ, ਕੌਨਸਟੈਂਟ ਡਿਫਾਈਨ ਕਰਨਾ। ਜਿੱਦਾਂ ਕਿ DHT ਪਿਨ ਜਿਹੜਾ ਹੈਗਾ ਉਹ ਮੈਂ ਕਿਹੜੀ ਪਿਨ ਦੇ ਉੱਤੇ ਲਾਇਆ, ਡਿਜੀਟਲ ਪਿਨ ਨੰਬਰ 3। ਜੇ ਲੇਟਰ ਔਨ ਤੁਸੀਂ ਕਿਸੇ ਹੋਰ ਪਿਨ ਦੇ ਉੱਤੇ ਚੇਂਜ ਕਰਨਾ ਚਾਹੁੰਦੇ ਹੋ ਤਾਂ ਸਿਰਫ ਤੁਹਾਨੂੰ ਇੱਥੇ ਚੇਂਜ ਕਰਨਾ ਪਊਗਾ, 3 ਦੀ ਜਗ੍ਹਾ ਦੇ ਉੱਤੇ ਉਹ ਪਿਨ ਲਿਖਣੀ ਪਊਗੀ ਜਿਹਦੇ ਦੇ ਉੱਤੇ ਤੁਸੀਂ DHT ਸੈਂਸਰ ਲਗਾਉਣਾ ਚਾਹੁੰਦੇ ਹੋ। ਦੈਨ ਸੈਕੰਡ ਆ ਗਿਆ ਬਜ਼ਰ, ਕਿ ਬਜ਼ਰ ਕਿਹੜੇ ਪਿਨ ਦੇ ਉੱਤੇ ਲਗਾਉਣਾ, ਉਹ ਪਿਨ ਨੰਬਰ 2 ਦੇ ਉੱਤੇ ਲਾਉਣਾ। ਫਿਰ DHT ਟਾਈਪ, ਕਿ DHT ਟਾਈਪ ਕਿਹੜੀ ਹੈਗੀ ਆ, DHT ਟਾਈਪ ਹੈਗੀ ਆ DHT 11। ਦੈਨ ਲਿਕੁਇਡ ਕ੍ਰਿਸਟਲ ਸਕਰੀਨ ਦਾ ਜਿਹੜਾ ਆਪਣੇ ਕੋਲੇ ਐਡਰੈਸ ਹੈਗਾ ਉਹ ਅਸੀਂ ਸੈੱਟ ਕਰਨਾ ਹੈਗਾ, ਕਿਉਂਕਿ ਅਸੀਂ I2 ਜਿਹੜਾ C ਹੈਗਾ ਇਹ ਮੋਡ ਯੂਜ਼ ਕਰ ਰਹੇ ਹਾਂ, I2C ਕਨਫੀਗਰੇਸ਼ਨ ਯੂਜ਼ ਕਰ ਰਹੇ ਹਾਂ। ਤੇ ਇੱਥੇ ਮੇਰੇ ਕੋਲ ਐਡਰੈਸ ਜਿਹੜਾ ਹੈਗਾ ਉਹ 0x27 20 ਤੇ 4 ਇਹ ਆਪਾਂ ਸੈੱਟ ਕਰਨਾ ਹੈਗਾ। ਸੋ ਜਿਹੜਾ ਇਹ ਵਾਲੀ ਹੈਗੀ ਆ ਲਾਈਨ, ਇਹ ਲਿਕੁਇਡ ਕ੍ਰਿਸਟਲ ਸਕਰੀਨ ਦੀ ਵਰਤੋਂ ਦੇ ਲਈ ਉਹਦਾ ਐਡਰੈਸ ਸੈੱਟ ਕਰਨਾ। ਜਿਹੜੀ ਥਰਡ ਲਾਈਨ ਆ ਗਈ, ਨੈਕਸਟ ਲਾਈਨ ਆ ਗਈ DHT ਪਿਨ ਔਰ ਟਾਈਪ। ਇੱਥੇ ਕਿਹੜੀ ਪਿਨ ਦੇ ਉੱਤੇ DHT ਸੈਂਸਰ ਲੱਗਿਆ ਹੋਇਆ ਤੇ ਉਹਦੀ ਟਾਈਪ ਕਿਹੜੀ ਹੈ, ਉਹ ਸਾਨੂੰ ਕੰਸਟਰਕਟਰ ਦੇ ਵਿੱਚ ਪਾਸ ਕਰਨੀ ਪੈਂਦੀ ਹੈਗੀ ਆ, ਤਾਂ ਕਿ ਲਾਇਬ੍ਰੇਰੀ ਜਿਹੜੀ ਹੈਗੀ ਆ ਉਹ ਤੋਂ ਡਾਟਾ ਰੀਡ ਆਊਟ ਕਰ ਸਕੇ। ਨੈਕਸਟ ਮੇਰੇ ਕੋਲੇ ਆ ਗਿਆ ਜੀ ਸੈਟਅਪ। ਇੱਥੇ ਤੁਹਾਨੂੰ ਆਲਰੇਡੀ ਪਤਾ ਹੀ ਆ ਵੀ ਜਦੋਂ ਆਪਾਂ ਆਰਡੀਨੋ ਦਾ ਪ੍ਰੋਗਰਾਮ ਲਿਖਦੇ ਹਾਂ ਤਾਂ ਸਾਡੇ ਕੋਲੇ 2 ਫੰਕਸ਼ਨ ਹੁੰਦੇ ਨੇ, ਇੱਕ ਸੈਟਅਪ ਔਰ ਇੱਕ ਲੂਪ। ਲੂਪ ਦੇ ਵਿੱਚ ਉਹ ਲਿਖਦੇ ਆ ਜਿਹੜਾ ਬਾਰ-ਬਾਰ ਚੱਲਣਾ ਹੁੰਦਾ, ਸੈਟਅਪ ਦੇ ਵਿੱਚ ਜਿਹੜਾ ਸਿਰਫ ਸਟਾਰਟਿੰਗ ਦੇ ਵਕਤ ਚੱਲੇਗਾ, ਯਾਨੀ ਕਿ ਓਨਲੀ ਵਨ ਟਾਈਮ ਜਿਹੜਾ ਚੱਲੇਗਾ, ਉਹਨੂੰ ਅਸੀਂ ਸੈਟਅਪ ਦੇ ਲਈ ਵਿੱਚ ਲਿਖਦੇ ਹਾਂ। ਤਾਂ ਇੱਥੇ ਮੈਂ ਸਭ ਤੋਂ ਪਹਿਲਾਂ ਤਾਂ ਪਿਨ ਮੋਡ ਦੱਸਿਆ ਵੀ ਜਿਹੜੀ ਬਜ਼ਰ ਦੀ ਹੈਗੀ ਆ ਉਹਨੂੰ ਮੈਂ ਯੂਜ਼ ਕਰ ਰਿਹਾ ਆਊਟਪੁੱਟ ਪਿਨ, ਕਿਉਂਕਿ ਬਜ਼ਰ ਨੇ ਬੀਪ ਕਰਨਾ ਹੈਗਾ। ਤੇ ਬਾਏ ਡਿਫਾਲਟ ਉਹਦੀ ਵੈਲਿਊ ਸੈੱਟ ਕਰਤੀ ਲੋ, ਬਜ਼ਰ ਦੀ ਬਾਏ ਡਿਫਾਲਟ ਵੈਲਿਊ ਲੋ ਸੈੱਟ ਕਰਤੀ। ਫਿਰ ਜੋ ਡਾਟਾ ਆ ਰਿਹਾ ਉਹਨੂੰ ਆਪਾਂ ਸੀਰੀਅਲ ਮੋਨੀਟਰ ਦੇ ਉੱਤੇ ਵੀ ਡਿਸਪਲੇ ਕਰਨਾ। ਤਾਂ ਸੀਰੀਅਲ ਮੋਨੀਟਰ ਦੇ ਉੱਤੇ ਡਿਸਪਲੇ ਕਰਨ ਦੇ ਲਈ serial.begin, ਤਾਂ ਇੱਥੇ ਆਪਾਂ 9600 ਪਾਸ ਆਊਟ ਕਰਤਾ। ਇਹ ਸੀਰੀਅਲ ਮੋਨੀਟਰ ਦੇ ਉੱਤੇ ਸ਼ੋ ਆਊਟ ਹੋਊਗਾ। ਇਹ ਤੁਹਾਡੀ ਮਰਜ਼ੀ ਹੈ, ਇਹਨੂੰ ਤੁਸੀਂ ਯੂਜ਼ ਕਰ ਵੀ ਸਕਦੇ ਹੋ ਜਾਂ ਨਹੀਂ, ਜੇ ਨਹੀਂ ਹੈ ਤਾਂ ਲੋੜ ਨਹੀਂ ਹੈਗੀ। ਉਸ ਤੋਂ ਬਾਅਦ DHT begin, ਇਹ ਆਪਾਂ ਫੰਕਸ਼ਨ ਕਾਲ ਕਰ ਲਿਆ। ਇੱਥੋਂ DHT ਸੈਂਸਰ ਨੇ ਜਿਹੜਾ ਟੈਂਪਰੇਚਰ ਤੇ ਹਿਊਮਿਡਿਟੀ ਹੈਗੀ ਆ ਉਹਨੂੰ ਸੈਂਸ ਕਰਨਾ ਸ਼ੁਰੂ ਕਰਤਾ। LCD ਇਨੀਸ਼ੀਅਲਾਈਜ਼ ਹੋ ਗਈ, LCD ਸਟਾਰਟ ਹੋ ਗਈ। ਉਹਦੀ ਜਦੋਂ ਅਸੀਂ ਬੈਕਲਾਈਟ ਫੰਕਸ਼ਨ ਕਾਲ ਕਰਾਂਗੇ ਤਾਂ ਜਿਹੜੀ ਉਹਦੀ ਲਾਈਟ ਹੈਗੀ ਆ, ਬੈਕ ਲਾਈਟ ਹੈਗੀ ਆ, ਉਹ ਔਨ ਹੋ ਜਾਏਗੀ। ਤੇ ਕਰਸਰ, ਸੈਟ ਕਰਸਰ ਇਜ਼ ਇਕੁਅਲ ਟੂ 00, ਯਾਨੀ ਕਿ ਜਿਵੇਂ LCD ਜਿਹੜੀ ਹੈਗੀ ਆ ਉਹਦੇ ਵਿੱਚ 2 ਰੋਜ਼ ਨੇ ਤੇ 16 ਕਾਲਮ ਨੇ, ਯਾਨੀ ਕਿ ਇਹ ਮੇਰੇ ਕੋਲ ਆ ਗਿਆ 0 ਤੋਂ ਲੈ ਕੇ 15 ਤੱਕ, 0 ਤੋਂ ਲੈ ਕੇ 1 ਤੱਕ, ਇਹ 2 ਰੋਜ਼ ਹੋ ਗਈਆਂ। ਇਹਦਾ ਮਤਲਬ ਕਿ ਕਰਸਰ ਨੂੰ ਕਿੱਥੇ ਸੈੱਟ ਕਰੋ, ਕਰਸਰ ਨੂੰ ਸੈੱਟ ਕਰੋ ਫਸਟ ਪੋਜੀਸ਼ਨ ਦੇ ਉੱਤੇ, ਇਸ ਪੋਜੀਸ਼ਨ ਦੇ ਉੱਤੇ ਸੈੱਟ ਕਰਤਾ। ਦੈਨ ਪ੍ਰਿੰਟ ਟੈਂਪਰੇਚਰ ਐਂਡ ਹਿਊਮਿਡਿਟੀ, ਤਾਂ ਇੱਥੇ ਕੀ ਆ ਜਾਊਗਾ, ਇੱਥੇ ਇਹ ਟੈਂਪਰੇਚਰ ਜੋ ਅਸੀਂ ਇੱਥੇ ਦੇਤਾ ਲਿਖਤਾ, ਕੌਮਾ ਹਿਊਮਿਡਿਟੀ, ਇਹ ਇੱਥੇ ਪ੍ਰਿੰਟ ਕਰ ਦੇਗਾ ਸਕਰੀਨ ਦੇ ਉੱਤੇ, ਯਾਨੀ ਕਿ ਅਸੀਂ ਜਿਹੜਾ ਡਾਟਾ ਸੀਗਾ ਉਹ ਭੇਜ ਦਿੱਤਾ ਹੈਗਾ। ਲੇਕਿਨ ਇੱਕ ਗੱਲ ਜ਼ਰੂਰ ਯਾਦ ਰੱਖੋ ਜਦੋਂ ਤੁਸੀਂ ਪ੍ਰੋਗਰਾਮਿੰਗ ਕਰ ਰਹੇ ਹੋ ਕਿ ਜਿਹੜੀ ਰੋ ਹੈਗੀ ਆ ਇਹਦੇ ਵਿੱਚ ਸਾਡੇ ਕੋਲੇ ਮੈਕਸਿਮਮ ਕਰੈਕਟਰ ਕਿੰਨੇ ਨੇ, ਮੈਕਸਿਮਮ ਅਸੀਂ 16 ਕਰੈਕਟਰ ਤੱਕ ਲਿਖ ਸਕਦੇ ਹਾਂ। ਸੋ ਜੇ ਤੁਸੀਂ ਸਕਰੋਲ ਨਹੀਂ ਕਰਾ ਰਹੇ ਹੈਗੇ ਤਾਂ ਜਿਹੜਾ ਤੁਸੀਂ ਸਟ੍ਰਿੰਗ ਇੱਥੇ ਪਾਸ ਕਰ ਰਹੇ ਹੋ ਇਹ 16 ਤੋਂ ਘੱਟ ਕਰੈਕਟਰ ਦੀ ਹੋਣੀ ਚਾਹੀਦੀ ਹੈਗੀ ਆ। ਦੈਨ ਸੈਟ ਕਰੈਕਟਰ 2x1, 2 ਦਾ ਮਤਲਬ ਕੀ ਹੋਇਆ, ਜੇ ਆਪਾਂ ਗੱਲ ਕਰੀਏ ਇਹ ਆਪਣੇ ਕੋਲੇ 0, ਇਹ ਹੋ ਗਿਆ 1, ਇਹ ਹੋ ਗਿਆ 2, ਸੈਕਿੰਡ ਕਾਲਮ ਔਰ ਸੈਕਿੰਡ रो, ਇੱਥੋਂ ਡਾਟਾ ਸਟਾਰਟ ਹੋ ਜਾਏਗਾ। ਇੱਥੇ ਮੇਰੇ ਕੋਲ ਕੀ ਲਿਖਿਆ ਹੋਇਆ ਆਏਗਾ ਜੀ, ਹੀਟ ਇੰਡੈਕਸ।
ਹੀਟ ਇੰਡੈਕਸ, ਇਹ ਮੇਰੇ ਕੋਲ ਲਿਖਿਆ ਹੋਇਆ ਆ ਗਿਆ। ਇਹ ਜਿਹੜਾ ਕੋਡ ਸੀਗਾ ਇਹ ਸਿਰਫ ਇੱਕ ਵਾਰ ਚੱਲੇਗਾ, ਯਾਨੀ ਕਿ ਸੈਟਅਪ ਜਿਹੜਾ ਹੈਗਾ ਇਨੀਸ਼ੀਅਲਾਈਜ਼ ਇਹ ਸੈਟਅਪ ਕਰਨ ਦੇ ਲਈ ਹੈਗਾ। ਇਹ ਕੋਡ ਸਿਰਫ ਇੱਕ ਵਾਰੀ ਚੱਲੂਗਾ। ਦੈਨ ਨੈਕਸਟ ਆ ਜਾਓ ਜੀ ਕਿ ਜਿਹੜਾ ਕੋਡ ਬਾਰ-ਬਾਰ ਚੱਲਣਾ, ਕਿ ਜੋ ਟੈਂਪਰੇਚਰ ਸੈਂਸ ਹੋ ਗਿਆ, ਸੈਂਸ ਹੋਣ ਤੋਂ ਬਾਅਦ ਉਹ ਡਿਸਪਲੇ ਕਰੇਗਾ। ਜੋ ਕੋਡ ਬਾਰ-ਬਾਰ ਚੱਲਣਾ ਹੈਗਾ ਉਹਨੂੰ ਅਸੀਂ ਇੱਥੇ ਲੂਪ ਦੇ ਵਿੱਚ ਪਾਇਆ ਹੋਇਆ। ਤਾਂ ਲੂਪ ਦੇ ਵਿੱਚ ਸਭ ਤੋਂ ਪਹਿਲਾਂ ਡਿਲੇ ਲੈ ਲਈ ਤੇ ਕਿ ਵੇਟ ਫॉर ਫਿਊ ਸੈਕਿੰਡ ਬਿਟਵੀਨ ਦਾ ਮੇਜਰਮੈਂਟ। ਕੁਛ ਮੇਜਰਮੈਂਟ ਦੇ ਅਗਰ ਹੋ ਰਹੀ ਹੈ, ਇੱਕ ਵਾਰ ਮੇਜਰਮੈਂਟ ਹੋ ਗਈ ਤਾਂ ਉਹ ਕੁਛ ਦੇਰ ਲਈ ਵੇਟ ਕਰੇ। ਦੈਨ ਆਪਣੇ ਕੋਲ ਕੀ ਹੈਗਾ, ਡਿਜੀਟਲ ਰਾਈਟ ਬਜ਼ਰ ਦੇ ਉੱਤੇ ਅਸੀਂ ਨੇ ਦੁਬਾਰਾ ਲੋ ਸੈਂਡ ਕਰਤਾ। ਪਹਿਲਾਂ ਇੱਕ ਵਾਰ ਤਾਂ ਸੈਂਡ ਕੀਤਾ ਹੀ ਹੋਇਆ ਸੀਗਾ। ਹੁਣ ਆ ਜਾਓ ਜੀ ਨੈਕਸਟ, ਆਪਾਂ ਵੇਰੀਏਬਲ ਲਿਆ ਸੀਗਾ DHT। DHT ਦੇ ਵਿੱਚ ਇੱਕ ਵੇਰੀਏਬਲ ਆ ਗਿਆ ਰੀਡ ਹਿਊਮਿਡਿਟੀ। ਹਿਊਮਿਡਿਟੀ ਇੱਥੇ ਰੀਡ ਹੋ ਗਈ ਟੈਂਪਰੇਚਰ ਤੋਂ, ਉਹ ਇੱਕ ਵੇਰੀਏਬਲ ਦੇ ਵਿੱਚ ਜਾ ਕੇ ਸਟੋਰ ਹੋ ਗਈ। ਤੇ ਵੇਰੀਏਬਲ ਦਾ ਨਾਂ ਜਿਹੜਾ ਹੈਗਾ ਉਹ ਹੈਗਾ ਜੀ H, ਯਾਨੀ ਕਿ H ਵੇਰੀਏਬਲ ਦੇ ਵਿੱਚ ਸਾਡੇ ਕੋਲ ਕੀ ਚੱਲੇਗੀ, ਹਿਊਮਿਡਿਟੀ ਚੱਲੇਗੀ। ਤੇ T ਟੈਂਪਰੇਚਰ, T ਦੇ ਵਿੱਚ ਟੈਂਪਰੇਚਰ ਚਲਾ ਗਿਆ, ਔਰ F ਦੇ ਵਿੱਚ ਸਾਡੇ ਕੋਲੇ ਟੈਂਪਰੇਚਰ ਚਲਾ ਗਿਆ ਇਨ ਫਾਰਨੀਹੀਟ। ਇਹ ਗੱਲਾਂ ਜ਼ਰੂਰੀ ਯਾਦ ਰੱਖਿਓ। H ਦੇ ਵਿੱਚ ਹਿਊਮਿਡਿਟੀ, T ਦੇ ਵਿੱਚ ਟੈਂਪਰੇਚਰ ਚਲਾ ਗਿਆ, ਲੇਕਿਨ ਕਿਹਦੇ ਵਿੱਚ, ਡਿਗਰੀ ਸੈਲਸੀਅਸ ਦੇ ਵਿੱਚ। ਔਰ F ਨਾਂ ਦੇ ਵੇਰੀਏਬਲ ਦੇ ਵਿੱਚ ਟੈਂਪਰੇਚਰ ਰੀਡ ਹੋ ਗਿਆ ਇਨ ਫਾਰਨੀਹੀਟ ਦੇ ਵਿੱਚ। ਸੋ ਇਹਦੇ ਲਈ ਜੇ ਮੈਂ ਕੋਡਿੰਗ ਕਰਨੀ ਹੈਗੀ ਆ ਫਾਰਨੀਹੀਟ ਦੇ ਵਿੱਚ ਰੀਡ ਕਰਨਾ, ਤਾਂ ਬਾਏ ਡਿਫਾਲਟ ਮੈਨੂੰ ਸਿਰਫ ਇਹਦੇ ਵਿੱਚ ਫੰਕਸ਼ਨ ਦੇ ਵਿੱਚ ਕੀ ਪਾਸ ਕਰਨਾ ਪਊਗਾ, ਟਰੂ ਪਾਸ ਆਊਟ ਕਰਨਾ ਪਊਗਾ। ਉਸ ਤੋਂ ਬਾਅਦ ਅਸੀਂ ਕੰਡੀਸ਼ਨ ਚੈੱਕ ਕੀਤੀ ਕਿ ਜਿਹੜਾ ਸਾਡਾ ਫੰਕਸ਼ਨ DHT ਸੈਂਸਰ ਹੈਗਾ ਪ੍ਰੋਪਰ ਵਰਕਆਊਟ ਕਰ ਰਿਹਾ ਕਿ ਨਹੀਂ ਕਰ ਰਿਹਾ। ਅਗਰ ਇਹਨਾਂ ਤਿੰਨੋਂ ਵੇਰੀਏਬਲ ਦੇ ਵਿੱਚ ਕੁਝ ਵੀ ਨਹੀਂ ਆਇਆ, ਅਗਰ ਕੋਈ ਵੈਲਿਊ ਨਨ ਆ ਜਾਂਦੀ ਹੈਗੀ ਆ, ਤਾਂ ਇੱਥੇ ਸਾਡੇ ਕੋਲ ਮੈਸੇਜ ਡਿਸਪਲੇ ਹੋ ਜਾਏਗਾ ਫੇਲ ਟੂ ਰੀਡ ਫਰੋਮ ਦਾ DHT ਸੈਂਸਰ, ਯਾਨੀ ਕਿ ਸਾਡੇ ਹਾਰਡਵੇਅਰ ਦੇ ਵਿੱਚ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਹੈਗੀ ਆ। ਸੋ ਇਹ ਮੇਰੇ ਕੋਲੇ ਪ੍ਰਾਇਮਰੀ ਪੈਰਾਮੀਟਰ ਹੋ ਗਏ। ਇਹ ਮੇਰੇ ਕੋਲੇ ਪ੍ਰਾਇਮਰੀ ਪੈਰਾਮੀਟਰ ਨੇ, ਕਿਉਂਕਿ ਪ੍ਰਾਇਮਰੀ ਪੈਰਾਮੀਟਰ ਸਿਰਫ ਦੋ ਹੀ ਨੇ, ਇੱਕ ਹਿਊਮਿਡਿਟੀ ਤੇ ਇੱਕ ਟੈਂਪਰੇਚਰ। ਪ੍ਰਾਇਮਰੀ ਪੈਰਾਮੀਟਰ। ਹੁਣ ਇਹ ਦੋ ਪ੍ਰਾਇਮਰੀ ਪੈਰਾਮੀਟਰ ਤੋਂ ਅੱਗੇ ਜਿਹੜੇ ਮੈਂ ਸੈਕੰਡਰੀ ਪੈਰਾਮੀਟਰ ਕੈਲਕੂਲੇਟ ਕਰ ਰਿਹਾ ਉਹ ਮੇਰੇ ਕੋਲ ਇੱਥੇ ਕੈਲਕੂਲੇਟ ਹੋ ਰਹੇ ਨੇ। ਜਿਹੜੇ ਸੈਕੰਡਰੀ ਪੈਰਾਮੀਟਰ ਕੈਲਕੂਲੇਟ ਹੋ ਰਹੇ ਨੇ, ਇੱਕ ਤਾਂ ਮੇਰੇ ਕੋਲ ਹੋ ਰਿਹਾ ਜੀ ਹੀਟ ਇੰਡੈਕਸ। ਇਹ ਸਭ ਤੋਂ ਪਹਿਲਾਂ ਮੇਰੇ ਕੋਲ ਹੀਟ ਇੰਡੈਕਸ ਕੈਲਕੂਲੇਟ ਹੋਇਆ, ਔਰ ਹੀਟ ਇੰਡੈਕਸ ਵੀ ਕੈਲਕੂਲੇਟ ਹੋਇਆ ਡਿਗਰੀ ਸੈਲਸੀਅਸ ਦੇ ਵਿੱਚ ਤੇ ਡਿਗਰੀ ਫਾਰਨੀਹੀਟ, ਦੋਨੋਂ ਯੂਨਿਟ ਦੇ ਵਿੱਚ ਇਹ ਕੈਲਕੂਲੇਟ ਹੋ ਰਿਹਾ। ਫਸਟ ਦੇ ਵਿੱਚ ਮੇਰੇ ਕੋਲ ਜਿਹੜਾ ਹੀਟ ਇੰਡੈਕਸ ਕੈਲਕੂਲੇਟ ਹੋ ਰਿਹਾ ਉਹ ਡਿਗਰੀ ਸੈਲਸੀਅਸ ਦੇ ਵਿੱਚ ਹੋ ਰਿਹਾ। ਸੈਕਿੰਡ ਮੇਰੇ ਕੋਲ ਜਿਹੜਾ ਹੈਗਾ ਉਹ ਜਿਹੜਾ ਹੀਟ ਇੰਡੈਕਸ ਹੈਗਾ ਉਹ ਡਿਗਰੀ ਫਾਰਨੀਹੀਟ ਦੇ ਵਿੱਚ ਕੈਲਕੂਲੇਟ ਹੋ ਰਿਹਾ। ਨੈਕਸਟ ਮੇਰੇ ਕੋਲ ਇਹ ਤਾਂ ਡਾਟਾ ਮੇਰੇ ਕੋਲ ਵੇਰੀਏਬਲ ਦੇ ਵਿੱਚ ਆ ਗਿਆ। ਨਾਓ ਹੁਣ ਅਸੀਂ ਜਿਹੜਾ ਵੇਰੀਏਬਲ ਦੇ ਵਿੱਚ ਡਾਟਾ ਆ ਗਿਆ ਉਸ ਨੂੰ ਅਸੀਂ ਜਿਹੜੀ LCD ਸਕਰੀਨ ਹੈਗੀ ਆ ਉਹਦੇ ਉੱਤੇ ਡਿਸਪਲੇ ਕਰਨਾ। ਉਹਦੇ ਲਈ ਮੇਰੇ ਕੋਲ ਸਭ ਤੋਂ ਪਹਿਲੀ ਕਮਾਂਡ ਨੇ ਕੀ ਕੀਤਾ, LCD ਨੂੰ ਕਲੀਅਰ ਕਰਤਾ, ਯਾਨੀ ਕਿ ਜੋ ਵੀ ਕੁਝ ਲਿਖਿਆ ਹੋਇਆ ਪੁਰਾਣਾ ਹੈਗਾ ਉਹ ਕਲੀਅਰ ਹੋ ਜੇ। ਦੈਨ ਦੁਬਾਰਾ ਫਿਰ ਜਿਹੜਾ ਕਰਸਰ ਸੀਗਾ 00 ਦੇ ਉੱਤੇ ਸੈੱਟ ਕਰਤਾ। ਦੈਨ ਪ੍ਰਿੰਟ ਕੀਤਾ ਜੀ ਹਿਊਮਿਡਿਟੀ। ਇਹ ਮੈਂ ਆਲਰੇਡੀ ਦੱਸ ਚੁੱਕਿਆ ਕਿ ਕਿੱਦਾਂ ਪ੍ਰਿੰਟ ਹੁੰਦੇ ਨੇ। ਮੈਂ ਫਿਰ ਇੱਕ ਵਾਰ ਦੁਬਾਰਾ ਦੱਸ ਦਿੰਦਾ ਵੀ ਜਿਵੇਂ ਸਾਡੇ ਕੋਲ LCD ਇਹ ਹੈ ਫੋਰ ਐਗਜ਼ਾਮਪਲ, ਇਹ ਮੇਰੇ ਕੋਲੇ 16 ਕਾਲਮ ਨੇ 0 ਤੋਂ ਲੈ ਕੇ 15 ਤੱਕ, 0 ਤੇ 1 2 ਰੋਜ਼ ਨੇ। ਜੇ ਮੈਂ 00 ਸੈੱਟ ਕੀਤੇ ਯਾਨੀ ਇੱਥੋਂ ਸਟਾਰਟ ਕਰੇਗਾ, ਸੋ ਇੱਥੇ ਮੇਰੇ ਕੋਲ ਕੀ ਲਿਖਿਆ ਆਏਗਾ, ਹਿਊਮਿਡਿਟੀ। ਫਸਟ ਦੇ ਵਿੱਚ ਮੇਰੇ ਕੋਲ ਕੀ ਆਏਗਾ, ਹਿਊਮਿਡਿਟੀ। ਇਹ ਮੇਰੇ ਕੋਲ ਆਏਗਾ, ਇੱਥੋਂ ਸਟਾਰਟ ਹੋਏਗਾ ਤੇ ਅਪ ਟੂ ਜਿੰਨੇ ਇਹਦੇ ਕਰੈਕਟਰ ਹੈਗੇ ਨੇ ਉੱਥੇ ਤੱਕ ਇਹ ਚਲਾ ਜਾਏਗਾ। ਉਸ ਤੋਂ ਬਾਅਦ ਇਹ ਟੋਟਲ 9 ਕਰੈਕਟਰ ਨੇ, ਤਾਂ 10ਵੇਂ ਕਰੈਕਟਰ ਤੋਂ ਮੈਂ ਸਟਾਰਟ ਕਰਤਾ ਜੀ ਕਿ ਜਿਹੜਾ H ਵੇਰੀਏਬਲ ਹੈਗਾ ਉਸ ਨੂੰ ਪ੍ਰਿੰਟ ਕਰ ਦਿਓ, ਯਾਨੀ ਕਿ ਹਿਊਮਿਡਿਟੀ ਦੀ ਵੈਲਿਊ ਪ੍ਰਿੰਟ ਕਰ ਦਿਓ। ਤੇ ਜਿਹੜੀ ਹਿਊਮਿਡਿਟੀ ਦੀ ਵੈਲਿਊ ਆਏਗੀ ਉਹ
ਹੋਏਗੀ ਪਰਸੈਂਟੇਜ ਦੇ ਵਿੱਚ। ਤਾਂ ਪਰਸੈਂਟੇਜ ਸਾਈਨ ਜਿਹੜਾ ਡਿਸਪਲੇ ਹੋਏਗਾ ਉਹ ਕਾਲਮ ਨੰਬਰ 14 ਦੇ ਉੱਤੇ ਹੋਏਗਾ। ਕਾਲਮ ਨੰਬਰ 14 ਦੇ ਉੱਤੇ ਕਿਹੜਾ ਹੋਇਆ? ਪਰਸੈਂਟੇਜ ਸਾਈਨ। ਇੱਥੇ ਤੱਕ ਮੇਰੇ ਕੋਲੇ ਯਾਨੀ ਕਿ ਜਿਹੜਾ ਸਿਰਫ ਇਹ ਕੋਡ ਹੈਗਾ, ਇਹ ਆਹ ਵਾਲਾ ਕੋਡ, ਇਸ ਕੋਡ ਨੇ ਹਿਊਮਿਡਿਟੀ ਜਿਹੜੀ ਹੈਗੀ ਆ ਵੈਲਿਊ, ਹਿਊਮਿਡਿਟੀ ਦੀ ਵੈਲਿਊ ਉਹ ਪ੍ਰਿੰਟ ਕਰਤੀ। ਇਹ ਸਾਨੂੰ LCD ਦੇ ਉੱਤੇ ਮਿਲ ਵੀ ਰਹੀ ਆ। ਹਿਊਮਿਡਿਟੀ ਦੀ ਵੈਲਿਊ ਪ੍ਰਿੰਟ ਕਰਤੀ। ਇਹ ਆਪਣੇ ਕੋਲ ਕਿੱਦਾਂ ਪ੍ਰਿੰਟ ਕਰੂਗੀ? ਇੱਥੇ ਆ ਵੈਲਿਊ ਆ ਗਈ, ਦੈਨ ਪਰਸੈਂਟ ਸਾਈਨ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਜੀ ਸੈੱਟ ਕਰਸਰ। ਕਰਸਰ ਨੂੰ ਸੈਕੰਡ ਰੋ ਦੇ ਵਿੱਚ ਸੈੱਟ ਕੀਤਾ। ਸੈਕੰਡ ਰੋ ਦੇ ਵਿੱਚ ਅਸੀਂ ਟੈਂਪਰੇਚਰ ਡਿਫਾਈਨ ਕਰਨਾ। ਪਹਿਲਾਂ ਇੱਕ ਸਟ੍ਰਿੰਗ ਡਿਸਪਲੇ ਕੀਤੀ ਟੈਂਪਰੇਚਰ ਦੀ, ਦੈਨ ਇਹ ਕਿਉਂਕਿ 6 ਕਰੈਕਟਰ ਬਣਦੇ ਨੇ ਤਾਂ 7ਵੇਂ ਕਰੈਕਟਰ ਦੇ ਉੱਤੇ ਜਿਹੜੀ ਵੈਲਿਊ ਹੈਗੀ ਆ ਉਹ ਪ੍ਰਿੰਟ ਹੋ ਗਈ। 7 ਤੇ 4 11 ਤੇ 12ਵੇਂ ਦੇ ਉੱਤੇ ਆਪਾਂ ਨੇ ਡਿਗਰੀ ਫਾਰਨੀਹੀਟ ਪ੍ਰਿੰਟ ਕਰਨਾ। ਹੁਣ ਡਿਗਰੀ ਜੇ ਇੱਥੇ LCD ਦੇ ਉੱਤੇ, ਹੁਣ ਜਿਹੜੀ ਡਿਗਰੀ ਜੇ LCD ਦੇ ਉੱਤੇ ਪ੍ਰਿੰਟ ਕਰਨੀ ਹੋਵੇ ਤਾਂ ਉਹ ਤੁਸੀਂ ਡਾਇਰੈਕਟ ਮਤਲਬ ਡਿਗਰੀ ਲਿਖ ਕੇ ਨਹੀਂ ਪ੍ਰਿੰਟ ਕਰ ਸਕਦੇ। ਉਹਦੇ ਲਈ ਤੁਹਾਨੂੰ ਸਪੈਸ਼ਲ ਇੱਕ ਐਡਰੈਸ ਦੇਣਾ ਪਊਗਾ। ਤਾਂ ਇੱਥੇ ਜਿਹੜਾ ਮੇਰੇ ਕੋਲ ਐਡਰੈਸ ਹੈਗਾ, ਇੱਥੇ ਜਿਹੜਾ ਮੇਰੇ ਕੋਲ ਐਡਰੈਸ ਹੈਗਾ, ਯਾਨੀ ਕਿ ਜੇ ਮੈਂ XDE ਨਹੀਂ ਸੌਰੀ XDF ਜਿਹੜਾ ਹੈਗਾ ਇਹ ਪ੍ਰਿੰਟ ਕਰ ਰਿਹਾ ਜੀ 0 ਡਿਗਰੀ, ਯਾਨੀ ਕਿ ਡਿਗਰੀ ਇਹ ਵਾਲਾ ਸਿੰਬਲ ਜਿਹੜਾ ਸੀਗਾ LCD ਦੇ ਉੱਤੇ ਪ੍ਰਿੰਟ ਕਰੇਗਾ। ਨਾਓ ਜਿਹੜਾ ਇਹ ਕੋਡ ਹੈਗਾ ਮੇਰੇ ਕੋਲੇ, ਇਸ ਕੋਡ ਨੇ ਕੀ ਕੀਤਾ? ਟੈਂਪਰੇਚਰ ਨੂੰ LCD ਦੀ ਸਕਰੀਨ ਦੇ ਉੱਤੇ ਪ੍ਰਿੰਟ ਕਰਤਾ। ਨੈਕਸਟ ਆ ਜਾਓ ਜੀ ਬਜ਼ਰ। ਬਜ਼ਰ ਦਾ ਕੋਡ ਆਪਾਂ ਹੀਟ ਇੰਡੈਕਸ ਕੈਲਕੂਲੇਟ ਕਰਨ ਤੋਂ ਬਾਅਦ ਵੀ ਲਿਖ ਸਕਦੇ ਹਾਂ। ਇੱਥੇ ਮੈਂ ਪਹਿਲਾਂ ਲਿਖਤਾ ਕੋਡ ਇਹ। ਤਾਂ ਬਜ਼ਰ ਕੀ ਆ? ਤੁਹਾਡੇ ਕੋਲ ਜਿਹੜਾ ਹੀਟ ਇੰਡੈਕਸ ਅਗਰ ਐਕਸਟ੍ਰੀਮਲੀ ਡੇਂਜਰ ਹੋ ਜਾਂਦਾ ਜਾਂ ਡੇਂਜਰ ਹੋ ਜਾਂਦਾ, ਇੱਥੇ ਉਹਦੀ ਵੈਲਿਊ ਸੈੱਟ ਕਰਤੀ। ਇਫ ਤੇ ਇਫ ਕੰਡੀਸ਼ਨ ਲਾਤੀ ਵੀ ਅਗਰ HIF ਜਿਹੜਾ ਹੈਗਾ 124 ਤੋਂ ਉੱਪਰ ਚਲਾ ਗਿਆ ਤਾਂ ਜਿਹੜਾ ਬਜ਼ਰ ਦੀ ਜਿਹੜੀ ਪਿਨ ਨੰਬਰ 2 ਦੇ ਉੱਤੇ ਲਾਇਆ ਹੋਇਆ, ਤੇ ਜੇ ਪਿਨ ਨੰਬਰ 2 ਦੇ ਉੱਤੇ ਕੀ ਭੇਜੇਗਾ? ਸਿਗਨਲ ਭੇਜ ਦੇਗਾ ਜੀ, ਹਾਈ ਸਿਗਨਲ ਭੇਜ ਦੇਗਾ। ਇਹਦੇ ਨਾਲ ਕੀ ਹੋਊਗਾ? ਜਿਹੜਾ ਬਜ਼ਰ ਹੈਗਾ ਉਹ ਬੀਪ ਕਰਨਾ ਸਟਾਰਟ ਹੋ ਜਾਏਗਾ। ਇੱਥੇ ਕਿਉਂ ਵਰਕਆਊਟ ਕਰ ਰਿਹਾ? ਕਿਉਂਕਿ ਆਲਰੇਡੀ ਅਸੀਂ HIF ਦੀ ਜਿਹੜੀ ਵੈਲਿਊ ਆ ਉਹ ਕੈਲਕੂਲੇਟ ਕਰ ਚੁੱਕੇ ਹਾਂ। ਹੁਣ ਅਸੀਂ ਸੈਕੰਡਰੀ ਪੈਰਾਮੀਟਰ ਦੇਖਦੇ ਹਾਂ, ਕਿਉਂਕਿ ਪਹਿਲਾਂ ਅਸੀਂ ਟੈਂਪਰੇਚਰ ਤੇ ਹਿਊਮਿਡਿਟੀ ਤਾਂ ਪ੍ਰਿੰਟ ਕਰਤੀ। ਟੈਂਪਰੇਚਰ ਤੇ ਹਿਊਮਿਡਿਟੀ ਪ੍ਰਿੰਟ ਕਰਨ ਤੋਂ ਬਾਅਦ ਉਹ 2 ਸੈਕਿੰਡ ਦੇ ਲਈ ਵੇਟ ਕਰੇਗਾ। 2 ਸੈਕਿੰਡ ਤੋਂ ਬਾਅਦ LCD ਫਿਰ ਕਲੀਅਰ ਹੋ ਜਾਏਗੀ, ਤੇ LCD ਕਲੀਅਰ ਹੋਣ ਤੋਂ ਬਾਅਦ ਤੁਹਾਡੇ ਕੋਲੇ ਦੁਬਾਰਾ ਉਹ 00 ਇੰਡੈਕਸ ਦੇ ਉੱਤੇ ਚਲੇਗੀ। ਦੈਨ ਫਿਰ ਆਪਣੇ ਕੋਲੇ ਹੀਟ ਇੰਡੈਕਸ ਜਿਹੜੀ ਸਟ੍ਰਿੰਗ ਸੀ ਉਹ ਪ੍ਰਿੰਟ ਹੋ ਗਈ। ਦੈਨ ਜਿਹੜਾ ਕਰਸਰ ਸੀਗਾ ਉਹ ਨੈਕਸਟ ਪੋਜੀਸ਼ਨ ਦੇ ਉੱਤੇ ਮੂਵ ਕਰ ਗਿਆ, ਤੇ ਉੱਥੇ ਆਪਣੇ ਕੋਲੇ ਜਿਹੜੀ ਹੈਗੀ ਆ ਹੀਟ ਇੰਡੈਕਸ ਦੀ ਵੈਲਿਊ ਜਿਹੜੀ ਹੈਗੀ ਆ ਉਹ ਡਿਗਰੀ ਸੈਲਸੀਅਸ ਔਰ ਡਿਗਰੀ ਫਾਰਨੀਹੀਟ ਦੇ ਵਿੱਚ ਪ੍ਰਿੰਟ ਹੋ ਗਈ। ਇੱਥੇ ਮੇਰੇ ਕੋਲ ਜਿਹੜੀ ਹੈਗਾ ਡਿਗਰੀ ਸੈਲਸੀਅਸ 'ਚ ਪ੍ਰਿੰਟ ਹੋ ਗਈ, ਇੱਥੇ ਮੇਰੇ ਕੋਲ ਡਿਗਰੀ ਫਾਰਨੀਹੀਟ ਦੇ ਵਿੱਚ ਪ੍ਰਿੰਟ ਹੋ ਗਈ। ਸੋ ਇਸ ਕੋਡ ਨੂੰ ਜਿਹੜਾ ਹੈਗਾ ਅਸੀਂ ਲਿਖਿਆ ਹੋਇਆ, ਇਸ ਨੂੰ ਅਸੀਂ ਇੱਥੇ ਵੀ ਲਿਖ ਸਕਦੇ ਹੈਗੇ ਹਾਂ, ਇਸ ਪੁਆਇੰਟ ਦੇ ਉੱਤੇ ਵੀ ਲਿਖ ਸਕਦੇ ਹਾਂ। ਇਹ ਮੇਰੇ ਕੋਲੇ ਕਿ ਜਦੋਂ ਹੀਟ ਇੰਡੈਕਸ ਐਕਸਟ੍ਰੀਮ ਡੇਂਜਰ ਹੋ ਜਾਏ ਜਾਂ ਡੇਂਜਰ ਹੋ ਜਾਏ, ਉਦੋਂ ਜਿਹੜਾ ਬਜ਼ਰ ਹੈਗਾ ਉਹ ਬੀਪ ਕਰਨ ਲੱਗ ਜਾਏ। ਜੇ ਇੱਥੇ ਲੱਗਦੇ ਆ ਤਾਂ ਜਿਵੇਂ ਡਿਸਪਲੇ ਹੋਊਗਾ ਤਾਂ ਨਾਲ ਦੀ ਨਾਲ ਜਿਹੜਾ ਹੈਗਾ ਬਜ਼ਰ ਔਨ ਹੋਊਗਾ, ਯਾਨੀ ਕਿ 2 ਸੈਕਿੰਡ ਲੇਟ ਹੋਊਗਾ। ਲੇਕਿਨ ਜੇ ਆਪਾਂ ਉੱਪਰ ਲਿਖਤਾ ਤਾਂ ਉਹ ਲੇਟ ਨਹੀਂ ਹੋਊਗਾ, 2 ਸੈਕਿੰਡ ਦਾ ਉਹਨੂੰ ਵੇਟ ਨਹੀਂ ਕਰਨਾ ਪਊਗਾ। ਅਗਰ ਹੀਟ ਇੰਡੈਕਸ ਜ਼ਿਆਦਾ ਡੇਂਜਰ ਹੈਗਾ ਤਾਂ ਉੱਥੇ ਡਿਸਪਲੇ ਕਰ ਦੇਗਾ। ਸੋ ਇਹ ਆਪਣੀ ਆਪਣੀ ਚੋਇਸ ਆ। ਅਗਰ ਤੁਸੀਂ ਇਹਨੂੰ ਇੱਥੇ ਵੀ ਲਿਖੋਗੇ, ਇਸ ਪੁਆਇੰਟ ਦੇ ਉੱਤੇ ਵੀ ਲਿਖੋਗੇ ਤਾਂ ਵੀ ਇਹ ਪ੍ਰਿੰਟ ਕਰੇਗਾ। ਜੇ ਇੱਥੇ ਵੀ ਲਿਖੋਗੇ ਇਸ ਪਲੇਸ ਦੇ ਉੱਤੇ ਵੀ ਤੁਸੀਂ ਜਿਹੜਾ ਹੈਗਾ ਡਿਜੀਟਲ ਰਾਈਟ ਲਿਖੋਗੇ, ਬਜ਼ਰ ਦੀ ਕੋਡਿੰਗ ਲਿਖੋਗੇ ਤਾਂ ਵੀ ਉਹ ਕੰਮ ਕਰੇਗੀ। ਨੈਕਸਟ ਮੇਰੇ ਕੋਲੇ ਜੋ ਅਸੀਂ ਹੀਟ ਇੰਡੈਕਸ ਕੈਲਕੂਲੇਟ ਕੀਤਾ,
ਉਸ ਨੂੰ ਸੀਰੀਅਲੀ ਵੀ ਪ੍ਰਿੰਟ ਕਰਾਉਣਾ ਹੈਗਾ, ਯਾਨੀ ਕਿ ਸੀਰੀਅਲ ਮੀਟਰ ਦੇ ਉੱਤੇ ਵੀ ਪ੍ਰਿੰਟ ਕਰਾਉਣਾ। ਤਾਂ ਸੀਰੀਅਲ ਮੀਟਰ ਦੇ ਉੱਤੇ ਪ੍ਰਿੰਟ ਕਰਾਉਣ ਦੇ ਲਈ ਸੀਰੀਅਲ ਡਾਟ ਪ੍ਰਿੰਟ ਨਾਂ ਦੀ ਆਪਣੇ ਕੋਲ ਕਮਾਂਡ ਚੱਲੇਗੀ। ਤਾਂ ਹਿਊਮਿਡਿਟੀ ਪ੍ਰਿੰਟ ਹੋਗੀ, ਹਿਊਮਿਡਿਟੀ ਦੀ ਵੈਲਿਊ ਪ੍ਰਿੰਟ ਹੋਗੀ, ਦੈਨ ਟੈਂਪਰੇਚਰ ਆ ਗਿਆ, ਦੈਨ ਡਿਗਰੀ ਸੈਲਸੀਅਸ ਦੇ ਵਿੱਚ ਇਹ ਮੈਸੇਜ ਪ੍ਰਿੰਟ ਹੋ ਗਿਆ, ਦੈਨ ਹੀਟ ਇੰਡੈਕਸ ਆ ਗਿਆ ਆਪਣੇ ਕੋਲ, ਤੇ ਉਸ ਤੋਂ ਬਾਅਦ ਹੀਟ ਇੰਡੈਕਸ ਜਿਹੜਾ ਹੈਗਾ ਡਿਗਰੀ ਸੈਲਸੀਅਸ ਔਰ ਫਾਰਨੀਹੀਟ ਦੇ ਵਿੱਚ ਇੱਥੇ। ਸੋ ਸੀਰੀਅਲ ਮੀਟਰ ਦੇ ਉੱਤੇ ਆਊਟਪੁੱਟ ਦੇਖਣ ਦੇ ਲਈ ਤੁਸੀਂ ਕਿੱਥੇ ਕਲਿੱਕ ਕਰੋਗੇ, ਟੂਲਸ, ਟੂਲ ਤੋਂ ਬਾਅਦ ਸੀਰੀਅਲ ਮੀਟਰ ਦੇ ਉੱਤੇ ਕਲਿੱਕ ਕਰੋ। ਤਾਂ ਇੱਥੇ ਆਪਣੇ ਕੋਲ ਜਿਹੜੀ ਸੀਰੀਅਲ ਮੀਟਰ ਦੇ ਉੱਤੇ ਵੈਲਿਊ ਆਏਗੀ ਉਹ ਪ੍ਰਿੰਟ ਹੋ ਰਹੀ ਹੈ, ਜੋ DHT11 ਸੈਂਸਰ ਰੀਡ ਕਰ ਰਿਹਾ, ਜਿਵੇਂ ਇਹਨੇ ਹੀਟ ਇੰਡੈਕਸ ਰੀਡ ਕੀਤਾ ਹੈਗਾ 49.3 ਡਿਗਰੀ ਸੈਲਸੀਅਸ ਤੇ 120 ਡਿਗਰੀ 120.80 ਡਿਗਰੀ ਫਾਰਨੀਹੀਟ। ਤੇ ਇੱਥੇ ਆਪਣੇ ਕੋਲ ਹਿਊਮਿਡਿਟੀ ਕੈਲਕੂਲੇਟ ਹੋ ਗਈ, ਟੈਂਪਰੇਚਰ ਕੈਲਕੂਲੇਟ ਹੋ ਗਿਆ, ਹੀਟ ਇੰਡੈਕਸ ਕੈਲਕੂਲੇਟ ਹੋ ਗਿਆ। ਸੋ ਇੱਕ ਚੀਜ਼ ਰਹਿ ਗਈ ਜੀ ਹੁਣ ਆਪਣੇ ਕੋਲ, ਡਿਊ ਪੁਆਇੰਟ। ਸੋ ਡਿਊ ਪੁਆਇੰਟ ਕੀ ਨੂੰ ਕਿਵੇਂ ਕੈਲਕੂਲੇਟ ਕਰਨਾ? ਡਿਊ ਪੁਆਇੰਟ ਵੀ ਆਪਣੇ ਕੋਲ ਇੱਕ ਸੈਕੰਡਰੀ ਪੈਰਾਮੀਟਰ ਹੈ। ਸੋ ਨੈਕਸਟ ਅਸੀਂ ਦੇਖਦੇ ਹਾਂ ਵੀ ਡਿਊ ਪੁਆਇੰਟ ਕਿਵੇਂ ਕੈਲਕੂਲੇਟ ਕਰਨਾ। ਡਿਊ ਪੁਆਇੰਟ ਦਾ ਜਿਹੜਾ ਫਾਰਮੂਲਾ ਉਹ ਹੈਗਾ ਜੀ T ਮਾਈਨਸ 100 ਮਾਈਨਸ H, ਯਾਨੀ ਕਿ ਹਿਊਮਿਡਿਟੀ, ਤੇ ਡਿਵਾਈਡ ਬਾਈ 5। ਤਾਂ ਇਸ ਫਾਰਮੂਲੇ ਨੂੰ ਅਸੀਂ ਆ ਲਿਖਤਾ ਜੀ ਇਸ ਪੁਆਇੰਟ ਦੇ ਉੱਤੇ, ਡਿਊ ਪੁਆਇੰਟ T ਮਾਈਨਸ 100 T ਮਾਈਨਸ 100 ਮਾਈਨਸ H, ਇਹ ਮੇਰੇ ਕੋਲ ਟੈਂਪਰੇਚਰ ਹੋ ਗਿਆ, ਇਹ ਮੇਰੇ ਕੋਲ ਹਿਊਮਿਡਿਟੀ ਹੋ ਗਈ, ਤੇ ਡਿਵਾਈਡ ਬਾਈ 5। ਇਹ ਮੇਰੇ ਕੋਲ ਡਿਊ ਪੁਆਇੰਟ ਕੈਲਕੂਲੇਟ ਕਰੂਗਾ, ਡਿਊ ਪੁਆਇੰਟ ਕੈਲਕੂਲੇਸ਼ਨ ਯੂਜ਼ਿੰਗ ਸੈਲਸੀਅਸ ਵੈਲਿਊ, ਇਹ ਸੈਲਸੀਅਸ ਵੈਲਿਊ ਦੇ ਵਿੱਚ ਕੈਲਕੂਲੇਟ ਕਰੂਗਾ। ਤੇ ਫਲੋਟ ਵੈਲਿਊ ਦੇ ਵਿੱਚ ਫਾਰਨੀਹੀਟ ਦੇ ਵਿੱਚ ਇਹ ਕੈਲਕੂਲੇਟ ਕਰਨੀ ਹੋਵੇ, ਕਨਵਰਟ ਡਿਊ ਪੁਆਇੰਟ ਕੈਲਕੂਲੇਸ਼ਨ ਇਨਟੂ ਫਾਰਨੀਹੀਟ, ਤਾਂ ਉਹਦੇ ਲਈ ਆਪਾਂ ਕੀ ਕਰਾਂਗੇ, ਇਸ ਨੂੰ ਜਿਹੜਾ ਫਾਰਮੂਲਾ ਹੈਗਾ ਡਿਊ ਪੁਆਇੰਟ ਇਨਟੂ 9/5 ਪਲੱਸ 32, ਇਹ ਮੇਰੇ ਕੋਲ ਡਿਗਰੀ ਜਿਹੜਾ ਹੈਗਾ ਸੈਲਸੀਅਸ ਟੂ ਫਾਰਨੀਹੀਟ ਦੇ ਵਿੱਚ ਕਨਵਰਟ ਹੋ ਜਾਏਗਾ। ਸੋ ਇੱਥੇ ਦੋ ਵੇਰੀਏਬਲ ਯਾਦ ਰੱਖੋ ਜੀ, ਡਿਊ ਪੁਆਇੰਟ ਕੈਲਕੂਲੇਟ ਹੋਏਗਾ ਸੈਲਸੀਅਸ ਵੈਲਿਊ ਦੇ ਵਿੱਚ, ਤੇ DP ਦੇ ਨਾਲ ਕੈਲਕੂਲੇਟ ਹੋਏਗਾ ਫਾਰਨੀਹੀਟ ਵੈਲਿਊ ਦੇ ਵਿੱਚ। ਜਿਵੇਂ ਸਭ ਤੋਂ ਪਹਿਲਾਂ ਜੇ ਮੈਂ ਦੇਖਾਂ ਵੀ ਸੀਰੀਅਲ ਮੀਟਰ ਦੇ ਉੱਤੇ ਜੇ ਪ੍ਰਿੰਟ ਕਰਾਉਣਾ ਹੋਵੇ, ਤਾਂ ਸੀਰੀਅਲ ਮੀਟਰ ਦੇ ਉੱਤੇ ਪ੍ਰਿੰਟ ਕਰਾਉਣ ਦੇ ਲਈ ਇਸ ਕੋਡ ਨੂੰ ਆਪਾਂ ਕਾਪੀ ਕਰ ਲੈਂਦੇ ਹਾਂ। ਪਹਿਲਾਂ ਸਟਿੰਗ ਆਪਾਂ ਲਿਖਾਂਗੇ, ਸਟਿੰਗ ਜਿਹੜੀ ਹੈਗੀ ਉਹ ਹੈਗੀ ਜੀ ਡਿਊ ਪੁਆਇੰਟ, ਡਿਊ ਪੁਆਇੰਟ, ਠੀਕ ਹੈ। ਇੱਥੇ ਜਿਹੜਾ ਵੇਰੀਏਬਲ ਹੈਗਾ ਡਿਊ ਪੁਆਇੰਟ, ਆਹ ਵਾਲਾ ਵੇਰੀਏਬਲ ਹੈਗਾ ਡਿਊ ਪੁਆਇੰਟ, ਤਾਂ ਮੈਂ ਡੀ ਪੁਆਇੰਟ ਇਸ ਪੁਆਇੰਟ ਦੇ ਉੱਤੇ ਲਿਖਤਾ, ਇਹ ਮੇਰੇ ਕੋਲ ਵੈਲਿਊ ਪ੍ਰਿੰਟ ਹੋ ਗਈ। ਦੈਨ ਇਸੇ ਨੂੰ ਅਸੀਂ ਕਾਪੀ ਕਰ ਲੈਂਦੇ ਹਾਂ ਇਸੇ ਕੋਡ ਨੂੰ, ਤੇ ਦੁਬਾਰਾ ਆਪਾਂ ਕਿਹਦੇ ਵਿੱਚ DP ਇਜ਼ ਦਾ ਡਿਊ ਪੁਆਇੰਟ ਇਨ ਫਾਰਨੀਹੀਟ, ਇੱਥੇ ਅਸੀਂ ਫਾਰਨੀਹੀਟ ਦੇ ਵਿੱਚ ਕਲਿੱਕ ਕਰਤਾ। ਦੈਨ ਇਸ ਨੂੰ ਕੰਪਾਈਲ ਕਰਾਂਗੇ, ਤੇ ਕੰਪਾਈਲ ਕਰਨ ਤੋਂ ਬਾਅਦ ਅਸੀਂ ਇਸ ਨੂੰ ਕੰਟਰੋਲਰ ਦੇ ਵਿੱਚ ਰਾਈਟ ਕਰ ਲਾਂਗੇ। ਕੰਪਾਈਲ ਇਹ ਦੋ ਪੁਆਇੰਟ ਨੇ ਜੀ ਆਪਣੇ ਕੋਲ, ਵੈਰੀਫਾਈ ਤੋਂ ਕਲਿੱਕ ਕਰੋਗੇ ਤਾਂ ਇਹ ਸਿਰਫ ਕੰਪਾਈਲ ਹੋਏਗਾ, ਤੇ ਇਸ ਤੋਂ ਕੀ ਹੋਏਗਾ, ਇਹ ਕੰਟਰੋਲਰ ਦੇ ਵਿੱਚ ਅਪਲੋਡ ਹੋ ਜਾਏਗਾ। ਤੇ ਤਾਂ ਮੈਸੇਜ ਆ ਗਿਆ ਮੇਰੇ ਕੋਲ ਡਨ ਅਪਲੋਡਿੰਗ, ਤਾਂ ਅਪਲੋਡਿੰਗ ਕੰਪਲੀਟ ਹੋ ਗਈ। ਨਾਓ ਹੁਣ ਅਸੀਂ ਸੀਰੀਅਲ ਮੀਟਰ ਦੇ ਉੱਤੇ ਡਾਟਾ ਵੇਖਣ ਦੇ ਲਈ, ਸੀਰੀਅਲ ਮੀਟਰ ਦੀ ਆਊਟਪੁੱਟ ਵੇਖਣ ਦੇ ਲਈ ਟੂਲਸ ਤੇ ਕਲਿੱਕ ਕਰੋ, ਸੀਰੀਅਲ ਮੀਟਰ ਤੇ ਕਲਿੱਕ ਕਰੋ, ਫਸਟ ਸਕਰੀਨ ਪ੍ਰਿੰਟ ਹੋ ਗਈ, ਇਹ ਆ ਗਿਆ ਜੀ ਮੇਰੇ ਕੋਲ ਹਿਊਮਿਡਿਟੀ ਆ ਗਈ, ਟੈਂਪਰੇਚਰ ਆ ਗਿਆ, ਹੀਟ ਇੰਡੈਕਸ ਆ ਗਿਆ, ਦੈਨ ਡਿਊ ਪੁਆਇੰਟ ਆ ਗਿਆ। ਤਾਂ ਇੱਦਾਂ ਹੀ ਮੇਰੇ ਕੋਲ ਸੇਮ ਜਿਹੜੀ ਚੀਜ਼ ਹੋਏਗੀ ਉਹ LCD ਦੇ ਉੱਤੇ ਡਿਸਪਲੇ ਹੋਏਗੀ। ਹੁਣ ਇੱਥੇ ਆਪਣੇ ਕੋਲ ਜਿਹੜਾ ਨੈਕਸਟ ਜਦੋਂ ਦੁਬਾਰਾ ਟੈਂਪਰੇਚਰ ਤੇ ਹਿਊਮਿਡਿਟੀ ਰੀਡ ਹੋ ਰਹੀ ਆ, ਉਸੇ ਲਾਈਨ ਦੇ ਵਿੱਚ ਪ੍ਰਿੰਟ ਆਊਟ ਕਰ ਰਿਹਾ, ਤਾਂ ਇਹਦੇ ਲਈ ਤੁਸੀਂ ਸੀਰੀਅਲ ਦੇ ਨਾਲ ਸੀਰੀਅਲ ਡਾਟ ਪ੍ਰਿੰਟ ਦੇ ਨਾਲ LN ਯੂਜ਼ ਕਰ ਸਕਦੇ ਹੋ ਕਿ ਉਹ ਨੈਕਸਟ ਲਾਈਨ ਦੇ ਵਿੱਚ ਉਹ ਪ੍ਰਿੰਟ ਕਰੇ। ਸੋ ਸਟੂਡੈਂਟਸ, ਇਹ ਤਾਂ ਸੀਗਾ ਕਿ ਆਪਾਂ ਨੇ ਹਾਰਡਵੇਅਰ ਯੂਜ਼ ਕੀਤਾ ਤੇ ਉਹਦੇ ਨਾਲ DHT11 ਸੈਂਸਰ ਸੀਗਾ, ਉਹਨੂੰ ਅਟੈਚ ਕਰ ਲਿਆ, ਉਹ ਤੋਂ ਟੈਂਪਰੇਚਰ ਤੇ ਹਿਊਮਿਡਿਟੀ ਰੀਡ ਕਰ ਲਈ।
ਤੇ ਨਾਲ ਅਸੀਂ ਦੋ ਜਿਹੜੇ ਸੈਕੰਡਰੀ ਪੁਆਇੰਟ ਸੀਗੇ ਉਹਨਾਂ ਨੂੰ ਕੈਲਕੂਲੇਟ ਕਰਕੇ ਪ੍ਰਿੰਟ ਕਰਾ ਲਿਆ। ਲੇਕਿਨ ਇਹਦਾ ਯੂਜ਼ ਕੀ ਹੈ ਐਕਚੁਅਲ 'ਚ, ਇਨੋਵੇਸ਼ਨ ਕਿੱਥੇ ਹੋ ਸਕਦੀ ਹੈ ਜਾਂ ਤੁਸੀਂ ਪ੍ਰੋਜੈਕਟ ਦੇ ਵਿੱਚ ਨਵਾਂ ਕੀ ਕਰ ਸਕਦੇ ਹੋ? ਤਾਂ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਵੀ ਇਹਦੇ ਨਾਲ ਉਹ ਸਾਰੇ ਪ੍ਰੋਜੈਕਟ ਬਣ ਸਕਦੇ ਨੇ DST-11 ਸੈਂਸਰ ਦੇ ਨਾਲ। ਟੈਂਪਰੇਚਰ ਤੇ ਹਿਊਮਿਡਿਟੀ ਨੂੰ ਕੰਟਰੋਲ ਕਰਨ ਦੀ ਲੋੜ ਹੈ ਜਾਂ ਤੁਸੀਂ ਦੇਖਣਾ ਫੋਰ ਐਗਜ਼ਾਮਪਲ ਅਸੀਂ ਇੱਥੇ ਵੈਦਰ ਸਟੇਸ਼ਨ ਬਣਾ ਸਕਦੇ ਹਾਂ, ਜਿਵੇਂ ਕਿ DST-11 ਸੈਂਸਰ ਦੇ ਨਾਲ ਬਹੁਤ ਸਾਰੇ ਪ੍ਰੋਜੈਕਟ ਤੁਹਾਨੂੰ ਗੂਗਲ ਦੇ ਉੱਤੇ ਸਕਰੀਨਸ਼ਾਟ ਮਿਲ ਜਾਣਗੇ ਜਿਨ੍ਹਾਂ ਨੇ ਵੈਦਰ ਸਟੇਸ਼ਨ ਬਣਾਇਆ ਹੋਇਆ ਯੂਜ਼ਿੰਗ ਦਿਸ ਸੈਂਸਰ। ਦੈਨ ਗ੍ਰੀਨ ਹਾਊਸ ਬਣਾ ਸਕਦੇ ਹੋ ਜਿੱਥੇ ਵੈਜੀਟੇਬਲ ਤੇ ਕ੍ਰੌਪਸ ਜਿਹੜੀਆਂ ਹੈਗੀਆਂ ਨੇ ਤੁਹਾਡੀਆਂ ਉਹਨਾਂ ਨੂੰ ਕਲਟੀਵੇਟ ਕਰ ਸਕਦੇ ਹੋ, ਉਗਾ ਸਕਦੇ ਹੋ। ਤੇ ਇੱਥੇ ਤੁਸੀਂ ਜਿਹੜਾ ਗ੍ਰੀਨ ਹਾਊਸ ਦਾ ਟੈਂਪਰੇਚਰ ਆ ਉਹਨੂੰ ਕੰਟਰੋਲ ਕਰ ਸਕਦੇ ਹੋ ਇਸ ਡਿਵਾਈਸ ਦੇ ਨਾਲ। ਟੈਂਪਰੇਚਰ ਔਰ ਹਿਊਮਿਡਿਟੀ ਹੀ ਮੇਨ ਹੈ ਕਿਸੇ ਵੀ ਪਲਾਂਟ ਨੂੰ ਗਰੋ ਕਰਨ ਦੇ ਲਈ। ਇਹ ਵੀ ਤੁਹਾਡੇ ਕੋਲ ਇੱਕ ਪ੍ਰੋਜੈਕਟ ਹੋ ਗਿਆ। ਤੀਜਾ ਮੈਂ ਪ੍ਰੋਜੈਕਟ ਤੁਹਾਡੇ ਨਾਲ ਡਿਸਕਸ ਕਰ ਰਿਹਾ ਵੀ ਐਗ ਇਨਕਿਊਬੇਟਰ। ਇਹ ਐਗ ਇਨਕਿਊਬੇਟਰ ਹੈ, ਇੱਥੇ ਆਪਣੇ ਕੋਲ ਟੈਂਪਰੇਚਰ ਤੇ ਹਿਊਮਿਡਿਟੀ ਦੀ ਸਭ ਤੋਂ ਵੱਧ ਲੋੜ ਹੈ ਜਦੋਂ ਅਸੀਂ ਐਗ ਨੂੰ ਹੈਚ ਕਰਨਾ ਹੈਗਾ। ਸੋ ਐਗ ਇਨਕਿਊਬੇਟਰ ਦੇ ਵਿੱਚ ਸਭ ਤੋਂ ਜ਼ਿਆਦਾ ਲੋੜ ਹੈਗੀ ਆ ਟੈਂਪਰੇਚਰ ਔਰ ਹਿਊਮਿਡਿਟੀ ਨੂੰ ਕੰਟਰੋਲ ਕਰਨ ਦੀ। ਸੋ ਇੱਕ ਇਹ ਵੀ ਤੁਹਾਡੇ ਕੋਲ ਪ੍ਰੋਜੈਕਟ ਆ ਗਿਆ ਕਿ ਤੁਸੀਂ ਇੱਥੇ ਇਸ ਦੀ ਵਰਤੋਂ ਦੇ ਨਾਲ ਇਹ ਵੀ ਪ੍ਰੋਜੈਕਟ ਜਿਹੜਾ ਹੈਗਾ ਕੰਪਲੀਟ ਕਰ ਸਕਦੇ ਹੋ। ਬਹੁਤ ਸਾਰੇ ਡਾਇਗਰਾਮਸ ਮਿਲ ਜਾਣਗੇ, ਤੁਸੀਂ ਇਹਦੇ ਵਿੱਚ ਆਪਣਾ ਮੋਡੀਫਾਈ ਕਰ ਸਕਦੇ ਹੋ, ਆਪਣਾ ਡਿਜ਼ਾਈਨ ਬਣਾ ਸਕਦੇ ਹੋ ਤੇ ਆਪਣੇ ਪੈਰਾਮੀਟਰ ਸੈੱਟ ਕਰ ਸਕਦੇ ਹੋ। ਨੈਕਸਟ, ਜਦੋਂ ਵੀ ਤੁਸੀਂ ਸੈਂਸਰ ਯੂਜ਼ ਕਰਨਾ, ਕੋਈ ਵੀ ਟੈਂਪਰੇਚਰ ਜਾਂ ਹਿਊਮਿਡਿਟੀ ਸੈਂਸਰ ਯੂਜ਼ ਕਰਨਾ, ਤਾਂ ਉਹਦੇ ਡਾਟਾ ਸ਼ੀਟ ਜ਼ਰੂਰ ਪੜ੍ਹਿਆ ਕਰੋ ਕਿ ਉਹਦੀ ਕਿੰਨੀ ਆਪਰੇਟਿੰਗ ਵੋਲਟੇਜ ਆ। ਜਿਵੇਂ ਇੱਥੇ ਮੇਨ ਅਗਰ ਆਪਾਂ ਦੇਖਾਂ ਤਾਂ DST ਜਿਹੜਾ ਸਪੈਸੀਫਿਕ ਸੈਂਸਰ ਹੈਗਾ ਉਹ ਜਿਹੜੀ ਉਹਦੀ ਟੈਂਪਰੇਚਰ ਰੇਂਜ ਹੈਗੀ ਆ ਉਹ 0 ਤੋਂ ਲੈ ਕੇ 50 ਡਿਗਰੀ ਸੈਲਸੀਅਸ ਤੱਕ ਆ ਸਿਰਫ। ਤੇ ਹਿਊਮਿਡਿਟੀ ਜਿਹੜਾ ਹੈਗਾ ਉਹ 20% ਤੋਂ ਲੈ ਕੇ 90% ਤੱਕ ਜਿਹੜੀ ਹਿਊਮਿਡਿਟੀ ਆ ਉਹ ਰੇਂਜ ਜਿਹੜੀ ਹੈਗੀ ਆ ਉਹ ਮੈਜ਼ਰ ਕਰੇਗਾ। ਤੇ ਵਿਦ ਐਕੂਰੇਸੀ ਕਿੰਨੇ ਪਰਸੈਂਟ ਐਕੂਰੇਸੀ? +- 1 ਡਿਗਰੀ ਸੈਲਸੀਅਸ ਤੇ +-1% ਜਿਹੜੀ ਹਿਊਮਿਡਿਟੀ ਹੈਗੀ ਆ, ਇੰਨੀ ਐਕੂਰੇਸੀ ਦੇ ਨਾਲ ਇਹ ਜਿਹੜਾ ਟੈਂਪਰੇਚਰ ਸੈਂਸਰ ਹੈਗਾ ਇਹ ਕੰਮ ਕਰੇਗਾ। ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਸੈਂਸਰ ਨੇ? ਤੁਹਾਡੇ ਕੋਲੇ LM35 ਜਿਹੜਾ ਸਿਰਫ ਔਰ ਸਿਰਫ ਟੈਂਪਰੇਚਰ ਸੈਂਸਰ ਹੈ। ਇਸ ਦੀ ਰੇਂਜ ਜ਼ਿਆਦਾ ਇਹਦੇ ਨਾਲੋਂ, ਲੇਕਿਨ ਇਹ ਇਕੱਲਾ ਸਿਰਫ ਔਰ ਸਿਰਫ ਟੈਂਪਰੇਚਰ ਮੈਜ਼ਰ ਕਰੇਗਾ। ਜਿਹੜਾ LM35 ਹੈਗਾ ਇਹ ਆਪਰੇਟ ਕਰਦਾ -55 ਡਿਗਰੀ ਸੈਲਸੀਅਸ ਟੂ +150 ਡਿਗਰੀ ਸੈਲਸੀਅਸ ਟੈਂਪਰੇਚਰ ਰੇਂਜ ਦੇ ਵਿੱਚ। ਇੱਕ ਆਪਣੇ ਕੋਲ ਹੈਗਾ ਜੀ DST-22 ਰੇਂਜ, ਇਹ ਬਿਲਕੁਲ ਇਹਦਾ ਹੀ ਸੇਮ ਹੈਗੀ ਹੈ। ਇਹ ਵੀ ਹਿਊਮਿਡਿਟੀ ਤੇ ਟੈਂਪਰੇਚਰ ਮੈਜ਼ਰ ਕਰਦਾ। ਆਪਾਂ ਇਹ ਗੱਲ ਕਹਿ ਲਓ ਵੀ ਇਹਦਾ ਨੈਕਸਟ ਵਰਜਨ ਹੈ। ਸੋ ਇਹ ਕੰਪੈਰੀਜ਼ਨ ਕੀਤਾ ਹੋਇਆ DH-11 ਤੇ DH-22 ਸੈਂਸਰ ਦਾ। ਟੈਂਪਰੇਚਰ ਰੇਂਜ ਇਹਦੀ -40 ਡਿਗਰੀ ਤੋਂ ਲੈ ਕੇ 125 ਡਿਗਰੀ ਸੈਲਸੀਅਸ ਤੇ ਹਿਊਮਿਡਿਟੀ ਰੇਂਜ ਵੀ ਜ਼ਿਆਦਾ ਆ। ਸੋ ਇਹ ਤੁਹਾਡੀ ਰਿਕੁਆਇਰਮੈਂਟ ਦੇ ਉੱਤੇ ਆ ਵੀ ਤੁਸੀਂ ਕਿਹੜਾ ਸੈਂਸਰ ਯੂਜ਼ ਕਰਨਾ ਚਾਹੁੰਦੇ ਹੋ। ਜਦੋਂ ਵੀ ਤੁਸੀਂ ਕੋਈ ਪ੍ਰੋਜੈਕਟ ਬਣਾ ਰਹੇ ਹੋ ਤਾਂ ਇਹ ਗੱਲ ਜ਼ਰੂਰ ਧਿਆਨ ਦੇ ਵਿੱਚ ਰੱਖੋ ਕਿ ਕਿਹੜਾ ਸੈਂਸਰ ਯੂਜ਼ ਕਰ ਰਹੇ ਹੋ, ਉਹਦੀਆਂ ਕੀ ਸਪੈਸੀਫਿਕੇਸ਼ਨਸ ਹੈਗੀਆਂ ਨੇ।